ਆਂਦਾ ਬਸ ਯਾਰ ਬਸ ਐਵੇਂ ਹੀ ਨਾ ਮੇਰੇ ਦਿਲ ਖਿਆਲ ਹੁੰਦਾ ਸੀ ਵੇਖੀਏ ਸਹੀ ਕਿ ਤਮਾਸ਼ਾ ਕੀ ਲੱਗਦਾ ਅੱਜ। ਮੈਂ ਕਿਹਾ ਯਾਰ ਗੱਲ ਸੁਣ, ਇੱਥੇ ਅਸੀਂ ਇੱਕ ਦੂਜੇ ਦਾ ਤਮਾਸ਼ਾ ਲਾਉਣ ਤੇ ਨਹੀਂ ਨਾ ਬੈਠੇ, ਇੱਕ ਦੂਜੇ ਦੀ ਹਮਦਰਦੀ ਕਰਦੇ ਹਾਂ, ਬੈਠ ਕੇ ਦੁਪਹਿਰ ਦਾ ਖਾਣਾ ਵੀ ਖਾਂਦੇ ਹਾਂ ਔਰ ਸੋਚਦੇ ਜੇ ਕਿ ਇੰਜੋਏ ਕਰਦੇ ਜੇ ਤੁਹਾਡਾ ਨੁਕਸਾਨ ਹੋਇਆ ਵੇਖ ਕੇ। ਤੇ ਬਿਹਤਰ ਇਹ ਵੇ ਕਿ ਇੱਕ ਦੂਜੇ ਨਾਲ ਹਮਦਰਦੀ ਕੀਤੀ ਜਾਏ, ਇੱਕ ਦੂਜੇ ਨਾਲ ਮੁਹੱਬਤ ਕੀਤੀ ਜਾਏ ਔਰ ਇੱਕ ਦੂਜੇ ਦੇ ਦੁੱਖ ਦਰਦ ਵਿੱਚ ਸ਼ਰੀਕ ਹੋਣਾ ਚਾਹੀਦਾ। ਬਿਸਮਿल्लाहिर्रहमानिर्रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ, ਆਮੀਨ ਸੁਮਾ ਆਮੀਨ। ਦੋਸਤੋ, ਅੱਜ ਮੈਂ ਜਿਹੜੀ ਤੁਹਾਡੇ ਨਾਲ ਗੁਫ਼ਤਗੂ ਕਰਨੀ ਚਾਹ ਰਿਹਾ ਉਹ ਆਖਰ ਤੱਕ ਸੁਣਿਆ ਜੇ ਤਾਂ ਕਿ ਉਸ ਗੁਫ਼ਤਗੂ ਦੀ ਤੁਹਾਨੂੰ ਸਮਝ ਆਏ ਔਰ ਹੋ ਸਕਦਾ ਹੈ ਕਿ ਤੁਹਾਡੀ ਜ਼ਿੰਦਗੀ 'ਚ ਵੀ ਇਸ ਤਰ੍ਹਾਂ ਦਾ ਵਾਕਿਆ ਗੁਜ਼ਰਿਆ ਹੋਵੇ ਔਰ ਅਗਰ ਨਹੀਂ ਗੁਜ਼ਰਿਆ ਤੇ ਗੁਜ਼ਰਨ ਲੱਗੇ ਤੇ ਇਹ ਗੱਲ ਸੋਚ ਕੇ ਕਿਸੇ ਨੁਕਸਾਨ ਤੋਂ ਬਚ ਸਕਦੇ ਹੋ। ਚੈਨਲ ਤੇ ਨਵੇਂ ਆਉਣ ਵਾਲੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤੇ ਸ਼ੁਰੂ ਕਰਨੇ ਆ ਜਨਾਬ ਅੱਜ ਦੀ ਸਟੋਰੀ। ਇਹ ਮੇਰੀ ਆਪ ਬੀਤੀ ਹੈ ਤੁਹਾਡੇ ਨਾਲ ਮੈਂ ਜਿਹੜੀ ਸ਼ੇਅਰ ਕਰਨ ਲੱਗਾ। ਦੋਸਤੋ, ਮੈਂ ਲੜਕਪਨ 'ਚ ਹਿਜਰਤ ਕਰਕੇ ਰਿਜ਼ਕ ਦੀ ਤਲਾਸ਼ ਵਾਸਤੇ ਕਰਾਚੀ ਸ਼ਹਿਰ ਚਲਾ ਗਿਆ ਸਾਂ ਔਰ ਉੱਥੇ ਜਾ ਕੇ ਮੈਂ ਆਪਣੇ ਕੰਮ ਦੇ ਮੁਤਲਕਾ ਜਿਹੜਾ ਸਾਡਾ ਕਾਰੋਬਾਰ ਸੀ, ਅਬਾਈ ਜਿਹੜੇ ਸਾਡੇ ਵਾਲਿਦ ਸਾਹਿਬ ਵੀ ਕਰਦੇ ਸਨ ਦਰੀਆਂ ਦਾ, ਉਹਦੇ ਜਾ ਕੇ ਮੈਂ ਉੱਥੇ ਦੁਕਾਨ ਸ਼ੁਰੂ ਕਰ ਲਈ। ਇਲਾਕਾ ਸੀ ਬਨਾਰਸ ਦਾ ਔਰ ਇਹਨੂੰ ਇਸ ਇਲਾਕੇ ਨੂੰ ਔਰੰਗੀ ਟਾਊਨ ਦਾ ਗੇਟ ਵੀ ਕਿਹਾ ਜਾਂਦਾ ਹੈ। ਇੱਥੇ ਜਾ ਕੇ ਅਸੀਂ ਜ਼ਾਤੀ ਤੌਰ 'ਤੇ ਦੁਕਾਨ ਖਰੀਦੀ ਔਰ ਦੁਕਾਨ ਖਰੀਦ ਕੇ ਬੈਠ ਕੇ, ਜ਼ਾਹਿਰ ਹੈ ਜਦੋਂ ਕਾਰੋਬਾਰ ਬੰਦਾ ਨਵਾਂ ਨਵਾਂ ਸ਼ੁਰੂ ਕਰਦਾ ਹੈ ਤੇ ਫੌਰੀ ਤੌਰ 'ਤੇ ਨਹੀਂ ਚੱਲਦਾ, ਉਹ 'ਤੇ ਮਿਹਨਤ ਕਰਨੀ ਪੈਂਦੀ ਹੈ ਔਰ ਮਿਹਨਤ ਕਰਦਿਆਂ ਅੱਲਾਹ ਤਾਲਾ ਉਹਦਾ ਫਲ ਜ਼ਰੂਰ ਦਿੰਦਾ ਹੈ। ਦਰੀਆਂ ਦਾ ਕੰਮ ਚੂੰਕਿ ਸਾਡਾ ਉੱਥੇ ਨਵਾਂ ਸੀ, ਨਵੀਂ ਦੁਕਾਨ ਸੀ, ਪੂਰੇ ਏਰੀਆ 'ਚ ਦਰੀਆਂ ਦੀ ਦੁਕਾਨ ਨਹੀਂ ਸੀ ਹੈ। ਟੈਂਟ ਸਰਵਿਸ ਦੀਆਂ ਵੀ ਦਰੀਆਂ ਰੱਖੀਆਂ ਸਨ ਔਰ ਘਰੇਲੂ ਇਸਤੇਮਾਲ ਵਾਲੀਆਂ ਵੀ। ਤੇ ਨਾਲ ਹੀ ਸੋਚਿਆ ਸਾਡੇ ਵਾਲਿਦ ਸਾਹਿਬ ਨੇ ਕਿ ਉਹ ਫੈਸਲਾਬਾਦ ਗਏ ਤੇ ਉਹਨਾਂ ਉੱਥੋਂ ਮੈਨੂੰ ਕੋਰਾ ਕੱਪੜਾ ਲੈ ਕੇ ਖੁਦ ਕਲਰ ਕਰਾ ਕੇ ਥਾਨ ਬਣਵਾ ਕੇ ਮੈਨੂੰ ਭੇਜ ਦਿੱਤਾ। ਉਸ ਵਕਤ ਕੱਪੜਾ ਬੜਾ ਸਸਤਾ ਸੀ, 20-25 ਮੀਟਰ ਦਾ ਥਾਨ ਜਿਹੜਾ ਸੀ 250 ਰੁਪਏ ਦਾ, 300 ਰੁਪਏ ਦਾ ਵੇਚ ਛੱਡਦੇ ਸੀ। 10 ਰੁਪਏ ਮੀਟਰ ਦੇ ਹਿਸਾਬ ਨਾਲ ਜਾਂ 8 ਰੁਪਏ ਦੇ ਮੀਟਰ ਦੇ ਹਿਸਾਬ ਨਾਲ ਜਾਂ 12 ਰੁਪਏ ਦੇ ਹਿਸਾਬ ਨਾਲ, ਜਿੱਥੇ ਕੋਈ ਗਾਹਕ ਨਾਲ ਗੱਲ ਮੁੱਕਦੀ ਸੀ ਉੱਥੇ ਮੁਕਾ ਲਈਦੀ ਸੀ। ਸਸਤਾਈ ਦਾ ਦੌਰ ਸੀ। ਇਹ ਗੱਲ ਮੈਂ ਤੁਹਾਨੂੰ ਜਿਹੜੀ ਸੁਣਾ ਰਿਹਾ ਮੇਰੇ ਨਾਲ ਬੀਤੀ ਹੋਈ ਹੈ। ਤੇ ਜਿਹੜਾ ਅਸੀਂ ਸ਼ਰੀਕਾ ਸਮਝਦੇ ਹਾਂ ਨਾ ਕਿ ਆਪਸ ਵਿੱਚ ਰਿਸ਼ਤੇਦਾਰੀ ਦਾ, ਭੈਣਾਂ ਭਰਾਵਾਂ ਦਾ ਜਾਂ ਮਜ਼ੀਦ ਜਿਹੜੇ ਰਿਸ਼ਤੇਦਾਰ ਨੇ ਉਹਨਾਂ 'ਚ ਇਹ ਵਿੜਿਆ ਜਾਂਦਾ, ਲੇਕਿਨ ਇਹ ਸ਼ਰੀਕਾ ਦੁਕਾਨਦਾਰ ਵੀ ਵਿੜ ਲੈਂਦੇ ਨੇ। ਲੇਕਿਨ ਜਦੋਂ ਕਾਮਯਾਬ ਨਹੀਂ ਹੁੰਦੇ ਤੇ ਫਿਰ ਹਮਦਰਦੀ ਦੇ ਲਫ਼ਜ਼ ਵੀ ਬੋਲਦੇ ਨੇ। ਇਹ ਗੱਲ ਸੁਣਾਉਣ ਦਾ ਮਕਸਦ ਸਿਰਫ ਇੰਨਾ ਕੁ ਹੈ। ਮੇਰੇ ਕੋਲ ਗਾਹਕ ਆਏ, ਦੁਕਾਨ ਮੇਰੀ ਤੰਗ ਸੀ, ਲੰਬੀ ਜ਼ਿਆਦਾ ਸੀ, ਲੰਬਾਈ ਜ਼ਿਆਦਾ ਸੀ ਦੁਕਾਨ ਦੀ ਤੇ ਲੇਕਿਨ ਚੌੜਾਈ ਘੱਟ ਸੀ, ਜਿਹਦੀ ਵਜ੍ਹਾ ਤੋਂ ਮਾਲ ਬੜਾ ਪਿਆ ਸੀ ਦੁਕਾਨ ਵਿੱਚ ਤੇ ਜਗ੍ਹਾ ਥੋੜ੍ਹੀ ਸੀ ਬੈਠਣ ਉੱਠਣ ਵਾਸਤੇ ਗਾਹਕ ਵਾਸਤੇ। 5-7 ਔਰਤਾਂ ਜਿਹੜੀਆਂ ਨਾ ਬੁਰਖੇ ਪਾਏ ਉੱਥੋਂ ਦੀਆਂ ਬਲੋਚਨਾਂ ਸਨ ਜਾਂ ਜਿਹੜੀਆਂ ਵੀ ਸਨ, ਉਹ ਮੇਰੇ ਕੋਲ ਨਾ ਕੱਪੜਾ ਖਰੀਦਣ ਵਾਸਤੇ ਆ ਗਈਆਂ। ਮੈਂ ਉਹਨਾਂ ਨੂੰ ਕੱਪੜਾ ਦਿਖਾਉਂਦਾ ਗਿਆ ਖੋਲ ਕੇ ਥਾਨ ਉਹ ਦਿਖਾਉਂਦਾ ਗਿਆ, ਲੇਕਿਨ ਉਹਨਾਂ ਨੇ ਇੱਕ ਦੋ ਥਾਨ ਪਸੰਦ ਕੀਤੇ ਔਰ ਉਹਨਾਂ ਦੇ ਪੈਸੇ ਦੇ ਕੇ ਤੇ ਉਹ ਚਲੀਆਂ ਗਈਆਂ। ਜਦੋਂ ਮੈਂ ਥਾਨ ਸਾਰੇ ਲਵੇਟੇ ਸਹੀ ਕੀਤੇ, ਅਲਮਾਰੀ 'ਚ ਲਾਏ ਤੇ ਜਗ੍ਹਾ ਘੱਟ ਸੀ, ਮਹਲ ਜਗ੍ਹਾ ਜ਼ਿਆਦਾ ਬਚ ਗਈ ਔਰ ਥਾਨ ਘੱਟ ਵਿਕੇ ਸਨ। ਤੇ ਮੈਂ ਸੋਚਦਾ ਪਰੇਸ਼ਾਨ ਹੋ ਗਿਆ ਕਿ ਥਾਨ ਤੇ ਜਗ੍ਹਾ ਹਾਲੀ ਕਿੰਨੀ ਹੋਈ ਹੈ, ਲੇਕਿਨ ਵੇਚੇ ਤੇ ਮੈਂ ਦੋ ਹੀ ਥਾਨ ਨੇ। ਮੈਂ ਦੁਕਾਨ ਤੋਂ ਬਾਹਰ ਆ ਕੇ ਨਾ ਉਹਨਾਂ ਔਰਤਾਂ ਵੱਲ ਵੇਖਣ ਡਿਆ ਪਿਆ, ਲੇਕਿਨ ਮੈਂ ਉਹਨਾਂ ਨੂੰ ਆਵਾਜ਼ ਨਾ ਮਾਰੀ ਕਿਉਂਕਿ ਮੈਨੂੰ ਉਹਨਾਂ 'ਤੇ ਕੋਈ ਸ਼ੱਕ ਹੀ ਨਹੀਂ ਸੀ, ਕੋਈ ਗੱਲ ਹੀ ਨਹੀਂ ਸੀ। ਲੇਕਿਨ ਇਹ ਜ਼ਰੂਰ ਸੀ ਕਿ ਯਾਰ ਥਾਨ ਥੋੜ੍ਹੇ ਵੇਚੇ ਨੇ ਤੇ ਜਗ੍ਹਾ ਜ਼ਿਆਦਾ ਖਾਲੀ ਹੋ ਗਈ ਹੈ। ਉਹਨਾਂ ਨੂੰ ਮੈਂ ਦੇਖ ਰਿਹਾ ਸੀ ਤੇ ਉਹਨਾਂ 'ਚੋਂ ਨਾ ਇੱਕ ਔਰਤ ਨੇ ਮਗਰ ਪਰਤ ਕੇ ਦੇਖਿਆ। ਜਦੋਂ ਦੇਖਿਆ ਨਾ ਤੇ ਉਹ ਮੈਂ ਵੀ ਦੇਖਦਾ ਸੀ ਪਿਆ। ਉਹਨਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਮੈਂ ਜੱਜ ਕਰ ਲਿਆ ਕਿ ਇਹ ਜਿਹੜੇ ਨਾ ਇਹਨਾਂ ਮੇਰੇ ਥਾਨ ਚੋਰੀ ਕੀਤੇ ਨੇ। ਤੇ ਲੇਕਿਨ ਇਹਦੇ 'ਚ ਅਮਲ ਦਾ ਹੱਕ ਹਲਾਲ ਦਾ ਵੀ ਹੈ।
ਸਾਡੀ ਰੋਜ਼ੀ ਹੱਕ ਹਲਾਲ ਦੀ ਸੀ, ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਇਹ ਸ਼ੱਕ ਪਿਆ ਤੇ ਉਹ ਵਾਪਸ ਆ ਗਈਆਂ ਥੋੜ੍ਹੀ ਦੇਰ ਬਾਅਦ। ਕਿਉਂਕਿ ਮੇਰੀ ਦੁਕਾਨ ਮੇਨ ਬਾਜ਼ਾਰ ਵਿੱਚ ਨਹੀਂ ਸੀ, ਰੋਡ 'ਤੇ ਸੀ, ਲੇਕਿਨ ਉਹ ਨਾਲ ਹੀ ਅਲੀਗੜ੍ਹ ਬਾਜ਼ਾਰ ਲੱਗਦਾ ਸੀ, ਜਿਹੜਾ ਮੇਨ ਸੀ, ਜਿਹਦੇ 'ਚ ਜ਼ਿਆਦਾ ਆਮਦੋ ਰਫਤ ਗਾਹਕਾਂ ਦੀ ਹੁੰਦੀ। ਉਹ ਉੱਥੇ ਵੜੀਆਂ ਅਤੇ ਦੁਬਾਰਾ ਵਾਪਸ ਆ ਗਈਆਂ। ਆ ਕੇ ਮੈਨੂੰ ਕਹਿੰਦੀਆਂ ਨੇ ਕਿ ਸਾਨੂੰ ਇਹ ਕਲਰ ਜਿਹੜੇ ਨਾ ਪਸੰਦ ਨਹੀਂ ਆਏ, ਸਾਨੂੰ ਤੁਸੀਂ ਕੋਈ ਹੋਰ ਕਲਰ ਵਿਖਾ ਦਿਓ। ਉਹ ਮੈਂ ਜਦੋਂ ਹੋਰ ਕਲਰ ਵਿਖਾਏ ਅਤੇ ਉਹਨਾਂ ਸਾਰਿਆਂ ਨੂੰ ਰਿਜੈਕਟ ਕਰ ਦਿੱਤਾ ਔਰ ਕਿਹਾ ਕਿ ਇਹ ਜਿਹੜੇ ਅਸੀਂ ਥਾਣ ਖੜੇ ਹਨ ਨਾ, ਇਹਨਾਂ ਦੇ ਸਾਨੂੰ ਪੈਸੇ ਵਾਪਸ ਕਰ ਦਿਓ। ਮੈਂ ਉਹਨਾਂ ਨੂੰ ਪੈਸੇ ਵਾਪਸ ਕਰ ਦਿੱਤੇ ਬਗੈਰ ਹਿੱਲੋ ਹੁੱਜਤ ਤੋਂ, ਕੋਈ ਗੱਲਬਾਤ ਤੋਂ। ਜਦੋਂ ਪੈਸੇ ਵਾਪਸ ਕਰ ਦਿੱਤੇ ਮੈਂ, ਤੇ ਉਹ ਚਲੀਆਂ ਗਈਆਂ। ਦੁਬਾਰਾ ਮੈਂ ਥਾਣ ਜਦੋਂ ਕੱਪੜੇ ਦੇ ਲਵੇਟੇ ਅਤੇ ਜਦੋਂ ਅਲਮਾਰੀ 'ਚ ਲਾਏ ਤੇ ਉਹ ਅਲਮਾਰੀ ਫੁੱਲ ਹੋ ਗਈ ਫਿਰ ਭਰ ਕੇ। ਮੇਰੇ ਸਾਹਮਣੇ ਇੱਕ ਦੁਕਾਨਦਾਰ ਸੀ, ਸਾਡਾ ਪੰਜਾਬੀ ਭਰਾ ਹੀ ਸੀ, ਬਾਬੂ ਭਾਈ, ਉਹ ਦੇਖ ਰਿਹਾ ਸੀ ਸਾਰਾ ਮਾਮਲਾ, ਲੇਕਿਨ ਉਹਨੇ ਮੈਨੂੰ ਦੱਸਿਆ ਕੋਈ ਨਾ। ਜਦੋਂ ਉਹਨੇ ਦੇਖਿਆ ਕਿ ਥਾਣ ਵਾਪਸ ਕਰ ਗਈਆਂ ਨੇ, ਉਹਨਾਂ ਬੁਰਕਿਆਂ ਜਿਹੜੇ ਥਾਣ ਲੁਕਾਏ ਸਨ ਉਹ ਵੀ ਵਾਪਸ ਧਰ ਗਈਆਂ ਨੇ, ਅਤੇ ਐਜ਼ ਏ ਹਮਦਰਦੀ ਆ ਕੇ ਮੈਨੂੰ ਕਹਿੰਦਾ, ਸ਼ਬੀਰ ਸਾਹਿਬ ਮੈਂ ਸਾਰਾ ਮਾਮਲਾ ਵੇਖ ਰਿਹਾ ਸਾਂ, ਲੇਕਿਨ ਚਲੋ ਤੁਹਾਡਾ ਮਾਲ ਵਾਪਸ ਆ ਗਿਆ। ਅਤੇ ਮੈਂ ਕਿਹਾ ਯਾਰ ਮਾਲ ਤਾਂ ਮੇਰਾ ਵਾਪਸ ਆ ਗਿਆ, ਤੂੰ ਦੇਖ ਵੀ ਰਿਹਾ ਸਾਂ, ਲੇਕਿਨ ਤੂੰ ਮੈਨੂੰ ਦੱਸਿਆ ਕਿਉਂ ਨਹੀਂ? ਆਂਦਾ ਬਸ ਯਾਰ ਬਸ ਐਵੇਂ ਹੀ ਨਾ ਮੇਰੇ ਦਿਲ ਖਿਆਲ ਹੁੰਦਾ ਸੀ, ਵੇਖੀਏ ਸਹੀ ਕਿ ਤਮਾਸ਼ਾ ਕੀ ਲੱਗਦਾ ਅੱਜ। ਮੈਂ ਕਿਹਾ ਯਾਰ ਗੱਲ ਸੁਣ, ਇੱਥੇ ਅਸੀਂ ਇੱਕ ਦੂਜੇ ਦਾ ਤਮਾਸ਼ਾ ਲਾਉਣ 'ਤੇ ਨਹੀਂ ਨਾ ਬੈਠੇ, ਇੱਕ ਦੂਜੇ ਦੀ ਹਮਦਰਦੀ ਕਰਦੇ ਹਾਂ, ਬੈਠ ਕੇ ਦੁਪਹਿਰ ਦਾ ਖਾਣਾ ਵੀ ਖਾਂਦੇ ਹਾਂ, ਅਤੇ ਫਿਰ ਹਮਦਰਦੀ ਤਾਂ ਨਾ ਹੋਈ ਸਾਨੂੰ ਇੱਕ ਦੂਜੇ ਦੇ ਨਾਲ। ਅਤੇ ਉਹ ਮੁਸਕਰਾਇਆ ਥੋੜ੍ਹਾ ਜਿਹਾ ਔਰ ਸ਼ਰਮਿੰਦਾ ਵੀ ਹੋਇਆ। ਅਤੇ ਦੋਸਤੋ ਇਹ ਥੋੜ੍ਹੀ ਜਿਹੀ ਗੱਲ ਸੁਣਾਉਣ ਦਾ ਮਕਸਦ ਸਿਰਫ ਇੰਨਾ ਕੋਈ ਹੈ ਕਿ ਤੁਹਾਡੇ ਆਂਢ ਗੁਆਂਢ ਜਿਹੜਾ ਅਸੀਂ ਰਿਸ਼ਤੇਦਾਰੀ ਸ਼ਰੀਕਾ ਸਮਝਦੇ ਹਾਂ, ਅਗਰ ਕਾਰੋਬਾਰ ਕਰਦੇ ਹੋ ਨਾ ਪੈ, ਅਤੇ ਆਂਢੀ ਗੁਆਂਢੀ ਦੁਕਾਨਦਾਰ ਵੀ ਸ਼ਰੀਕਾ ਵਿੱਢ ਲੈਂਦੇ ਜੇ ਔਰ ਸੋਚਦੇ ਜੇ ਕਿ ਇੰਜੋਏ ਕਰਦੇ ਜੇ ਤੁਹਾਡਾ ਨੁਕਸਾਨ ਹੋਇਆ ਵੇਖ ਕੇ। ਅਤੇ ਬਿਹਤਰ ਇਹ ਵੇ ਕਿ ਇੱਕ ਦੂਜੇ ਨਾਲ ਹਮਦਰਦੀ ਕੀਤੀ ਜਾਏ, ਇੱਕ ਦੂਜੇ ਨਾਲ ਮੁਹੱਬਤ ਕੀਤੀ ਜਾਏ ਔਰ ਇੱਕ ਦੂਜੇ ਦੇ ਦੁੱਖ ਦਰਦ ਵਿੱਚ ਸ਼ਰੀਕ ਹੋਣਾ ਚਾਹੀਦਾ। ਦੋਸਤੋ ਇਹ ਥੋੜ੍ਹੀ ਸਾਰੀ ਗੱਲ ਸੁਣਾਉਣ ਦਾ ਮਕਸਦ ਸਿਰਫ ਇੰਨਾ ਕੋਈ ਸੀ ਕਿ ਤੁਸੀਂ ਅਗਰ ਕਿਸੇ ਨਾਲ ਆਂਢ ਗੁਆਂਢ ਰਹਿੰਦੇ ਹੋ ਨਾ, ਅਤੇ ਤੁਹਾਡੇ ਦਿਲ ਦੇ ਵਿੱਚ ਉਹਦੇ ਨਾਲ ਹਮਦਰਦੀ ਹੋਣੀ ਚਾਹੀਦੀ ਹੈ, ਨਾ ਕਿ ਤੁਹਾਡੇ ਦਿਲ 'ਚ ਸ਼ਰੀਕੇ ਵਾਲੀ ਗੱਲ ਹੋਵੇ, ਕਿਉਂਕਿ ਇਹਦਾ ਅਜਰ ਅੱਲਾਹ ਤਾਲਾ ਨੇ ਤੁਹਾਨੂੰ ਦੇਣਾ ਜੇ ਔਰ ਅੱਲਾਹ ਤਾਲਾ ਕਿਸੇ ਵੱਡੇ ਨੁਕਸਾਨ ਤੋਂ ਵੀ ਤੁਹਾਨੂੰ ਬਚਾ ਲਏਗਾ ਅਗਰ ਤੁਹਾਡੀ ਕਿਸੇ ਨਾਲ ਹਮਦਰਦੀ ਹੋਈ। ਤੇ ਜਿਉਂਦੇ ਰਹੋ, ਵਸਦੇ ਰਹੋ। ਅੱਜ ਲਈ ਇੰਨਾ ਹੀ। ਅੱਲਾ ਨਿਗਹਿਬਾਨ।